ਸਤਿ ਸ਼੍ਰੀ ਅਕਾਲ ਜੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਵਿਧਾਨ ਸਭਾ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਦੌਰਾਨ ਵੱਖ-ਵੱਖ ਪਾਰਟੀਆਂ 'ਚ ਅਦਲਾ ਬਦਲੀ ਚੱਲ ਰਹੀ ਹੈ ਲੋਕਾਂ ਦੀ। ਕੋਈ ਟਿਕਟ ਦੇ ਚੱਕਰ 'ਚ ਦੂਜੇ ਪਾਸੇ ਜਾ ਰਿਹਾ, ਕੋਈ ਟਿਕਟ ਦੇ ਚੱਕਰ 'ਚ ਐਸੀਆਂ ਪਾਰਟੀਆਂ 'ਚ ਵੀ ਜਾ ਰਿਹਾ ਜਿਨ੍ਹਾਂ ਪਾਰਟੀਆਂ ਦਾ ਪੰਜਾਬ 'ਚ ਹੁਣ ਤੋਂ ਪਹਿਲਾਂ ਤੱਕ ਜਿਹੜਾ ਆਧਾਰ ਕਾਫੀ ਘੱਟ ਮੰਨਿਆ ਜਾਂਦਾ ਸੀ। ਮੇਰਾ ਇਸ਼ਾਰਾ ਸਿੱਧਾ ਹੈ ਕਿ ਭਾਰਤੀ ਜਨਤਾ ਪਾਰਟੀ, ਜੋ ਕਿ ਵਿਵਾਦਤ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪੰਜਾਬ ਵਿੱਚ ਬੜੀ ਜਿਹੜੀ ਸਰਗਰਮੀ ਫੜੀ ਆ ਉਸਨੇ, ਤੇ ਇਸ ਨੂੰ ਲੈ ਕੇ 4000 ਦੇ ਕਰੀਬ ਅਰਜ਼ੀਆਂ ਜਿਹੜੀਆਂ ਨੇ ਵੱਖ-ਵੱਖ ਸੀਟਾਂ ਤੋਂ ਟਿਕਟਾਂ ਦੀ ਆਸ ਦੇ ਵਿੱਚ ਜਾ ਵੀ ਚੁੱਕੀਆਂ ਨੇ ਪਾਰਟੀ ਕੋਲ। ਲਗਾਤਾਰ ਵੱਖ-ਵੱਖ ਜਿਹੜੇ ਨੇ ਥਾਵਾਂ ਤੋਂ ਵੱਖ-ਵੱਖ ਜਿਹੜੇ ਪਿਛੋਕੜ ਤੋਂ ਲੋਕ ਆਉਂਦੇ ਨੇ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਨੇ। ਪਰ ਦੋ ਐਸੀਆਂ ਹਸਤੀਆਂ ਭਾਰਤੀ ਜਨਤਾ ਪਾਰਟੀ 'ਚ ਇਹਨਾਂ ਦਿਨਾਂ 'ਚ ਸ਼ਾਮਲ ਹੋਈਆਂ ਨੇ। ਇੱਕ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਮਨਜਿੰਦਰ ਸਿੰਘ ਸਿਰਸਾ, ਤੇ ਉਸ ਤੋਂ ਬਾਅਦ ਇਨੀ ਦਿਨੀ ਹੀ ਇੱਕ ਨਵੀਂ ਜਿਹੜੀ ਹੈਗੀ ਹੈ ਸ਼ਮੂਲੀਅਤ ਭਾਰਤੀ ਜਨਤਾ ਪਾਰਟੀ 'ਚ ਹੋਈ ਹੈ, ਉਹ ਹੈ ਦਮਦਮੀ ਟਕਸਾਲ ਦੇ ਜਿਹੜੇ ਨੇ ਸਪੋਕਸ ਪਰਸਨ ਪ੍ਰੋਫੈਸਰ ਸਰਚਾਂਦ ਸਿੰਘ। ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ, ਵੱਖ-ਵੱਖ ਤਰ੍ਹਾਂ ਦੇ ਸਵਾਲ ਉਪਜ ਰਹੇ ਨੇ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਅਸੀਂ ਆਪਣੇ ਸਟੂਡੀਓ 'ਚ ਫੋਨ ਲਾਈਨ ਤੇ ਸੱਦਾ ਦਿੱਤਾ ਹੈ ਖੁਦ ਪ੍ਰੋਫੈਸਰ ਸਰਚਾਂਦ ਸਿੰਘ ਹੋਰਾਂ ਨੂੰ। ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਟਿੱਪਣੀ ਤਾਂ ਇਹ ਹੈ ਜੀ, ਬੜੇ ਸਵਾਲ ਉੱਠ ਰਹੇ ਨੇ ਕਿ ਦਮਦਮੀ ਟਕਸਾਲ ਵਰਗੀ ਜਿਹੜੀ ਹੈਗੀ ਹੈ ਸਿਰਮੌਰ ਸੰਸਥਾ ਸਿੱਖਾਂ ਦੀ, ਜਿੱਥੋਂ ਸਿੱਖ ਸੇਧ ਲੈਂਦੇ ਨੇ, ਤਾਂ ਉਹ ਸੰਸਥਾ ਨੂੰ ਆਖਰ ਕਿਉਂ ਲੋੜ ਪਈ ਸੀ ਕਿ ਧਾਰਮਿਕ ਕੱਟੜਤਾ ਵਾਲੀ ਹੀ ਦੇ ਪਿਛੋਕੜ ਵਾਲੀ ਹੀ ਪਾਰਟੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੀ? ਵੇਖੋ, ਦਮਦਮੀ ਟਕਸਾਲ ਇੱਕ ਧਾਰਮਿਕ ਜਥੇਬੰਦੀ ਹੈ ਜੀ, ਜਦੋਂ ਕਿ ਦੂਜੀਆਂ ਜਿਹੀਆਂ ਸਿਆਸੀ ਜਥੇਬੰਦੀਆਂ ਜਿਵੇਂ ਅਕਾਲੀ ਦਲ ਆ, ਜਿਵੇਂ ਭਾਜਪਾ ਆ, ਜਾਂ BSP ਆ, ਜਾਂ ਹੋਰ ਵੀ ਪਾਰਟੀਆਂ ਨੇ, ਉਹ ਨੇ ਰਾਜਸੀ ਪਾਰਟੀਆਂ ਜੀ। ਤੋ ਦਮਦਮੀ ਟਕਸਾਲ ਦੇ ਕਿਸੇ ਨੇ ਵੀ ਰਾਜਸੀ ਪਾਰਟੀ ਕਿਸੇ ਪਾਰਟੀ ਨਾਲ ਜੋੜਨ ਦਾ ਜਿਹੜਾ ਨਾ ਉਹ ਮਨਾਹੀ ਜਿਹੜੀ ਬਿਲਕੁਲ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਆ। ਲੇਕਿਨ ਜੇ ਵੇਖਿਆ ਜਾਵੇ ਤੇ BJP ਨੇ ਪੰਜਾਬ ਵਾਸਤੇ ਜਾਂ ਸਿੱਖ ਪੰਥ ਵਾਸਤੇ ਜਿਹੜੇ ਚੰਗੇ ਕੰਮ ਕਰ ਰਹੇ ਨੇ, ਚੰਗਾ ਕਦਮ ਪੁੱਟਿਆ ਕਈਆਂ ਮਾਮਲਿਆਂ ਦੇ ਉੱਤੇ, ਸਾਨੂੰ ਉਹਦੇ ਕਦਰਦਾਨ ਹੋਣਾ ਚਾਹੀਦਾ। ਤਾਂ ਮੈਂ ਇਹੀ ਸਮਝਦਾ ਹਾਂ ਕਿ ਜੇ ਮੋਦੀ ਨੇ ਜਾਂ ਸਾਡੀ ਕਿਸੇ ਵੀ ਹਕੂਮਤ ਨੇ ਚੰਗਾ ਕੰਮ ਕੀਤਾ ਤਾਂ ਉਹਨੂੰ ਸਲਾਹਿਆ ਜਾਵੇ ਜੀ। ਪਰ ਵੱਡੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਪਿੱਛੇ ਜਿਹੜੀਆਂ ਜੜ੍ਹਾਂ ਨੇ ਉਹ RSS ਨਾਲ ਜੁੜਦੀਆਂ ਨੇ, ਤੇ RSS ਜਿਹੜੀ ਸਿੱਖ ਧਰਮ 'ਚ ਗੁਰਮਤ ਦੇ ਵਿੱਚ ਜਿਹੜੀ ਦਖਲ ਵੀ ਕਰਦੀ ਹੈ ਤੇ ਉਸ ਨੂੰ ਤੋੜਨ ਮਰੋੜਨ ਦੇ ਦੋਸ਼ ਵੀ ਲਗਾਤਾਰ RSS ਤੇ ਲੱਗਦੇ ਰਹੇ ਨੇ। ਖਾਸ ਕਰ ਦਮਦਮੀ ਟਕਸਾਲ ਵਰਗੀ ਸੰਸਥਾ ਜਿੱਥੇ ਟੀਕਾਕਾਰੀ ਹੈ, ਜਿੱਥੇ ਲਗਭਗ ਜਿੰਨੀ ਵੀ ਮਰਿਆਦਾ ਹੈ, ਗੁਰਬਾਣੀ ਦੀ ਗੱਲ ਹੈ, ਜਿੱਥੇ ਵੀ ਫਲਸਫੀ ਦੀ ਗੱਲ ਹੈ, ਉੱਥੋਂ ਸੇਧ ਮਿਲਦੀ ਹੈ। ਬਾਬਾ ਦੀਪ ਸਿੰਘ ਤੋਂ ਜਿਹੜਾ ਇਤਿਹਾਸ ਜੁੜਦਾ ਮਿਲਦਾ ਆਪਾਂ ਨੂੰ, ਤਾਂ ਕੀ ਲੱਗਦਾ ਹੈ ਕਿ RSS ਦੇ ਪਿਛੋਕੜ ਵਾਲੀ ਪਾਰਟੀ 'ਚ ਤੁਹਾਡਾ ਜਾਣਾ ਜਿਹੜਾ ਹੈਗਾ ਉਹ ਇਸ ਕਰਕੇ ਅਖੜ ਰਿਹਾ ਹੈ ਲੋਕਾਂ ਨੂੰ? ਦੇਖੋ ਵੀਰ ਜੀ, ਪਹਿਲੀ ਗੱਲ ਸਾਨੂੰ ਇਹ ਕਲੀਅਰ ਕਰ ਲੈਣਾ ਚਾਹੀਦਾ ਹੈ। ਪਹਿਲਾਂ ਸਾਨੂੰ ਇਹ ਤਾਂ ਪੜਤਾਲ ਕਰੀਏ ਕਿ RSS ਨੇ ਸਿੱਖੀ ਪ੍ਰਤੀ ਕਿੱਥੇ ਜਿਹੜੀਆਂ ਨੇ ਗੱਲਾਂ ਗਲਤ ਕਹੀਆਂ ਨੇ। ਜੇ ਕਹੀਆਂ ਨੇ ਤੇ RSS ਨੇ ਉਹਨਾਂ ਦਾ ਪਛਤਾਵਾ ਕੀਤਾ ਨਹੀਂ ਕੀਤਾ, ਸਾਨੂੰ ਉਸ ਬਾਰੇ ਵੀ ਪੜਤਾਲ ਕਰਨੀ ਚਾਹੀਦੀ ਆ। ਕੇਵਲ ਤੇ ਕੇਵਲ ਇਹ ਨਹੀਂ ਕਿ ਸੁਣੀ ਸੁਣਾਈ ਗੱਲ ਨੂੰ ਆਪਾਂ ਉਵੇਂ ਦਾ ਉਵੇਂ ਥਾਪੀ ਚਲੀਏ। ਜਿਵੇਂ ਮੁੱਖ ਤੌਰ ਤੇ ਆਪਣੇ ਕੋਲ ਇੱਕ ਕੇਸ ਆਉਂਦਾ, ਤੁਹਾਨੂੰ ਯਾਦ ਹੋਵੇਗਾ 2004 ਦੌਰਾਨ ਰਾਸ਼ਟਰੀ ਸਿੱਖ ਸੰਗਤ ਨੇ ਇੱਕ ਧਾਰਮਿਕ ਸਮਾਗਮ ਕਰਨਾ ਸੀ, ਮੇਰੇ ਖਿਆਲ 'ਚ ਧਾਰਮਿਕ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ 400 ਸਾਲਾ ਦਿਵਸ ਦੇ ਮੌਕੇ ਦੇ ਪ੍ਰਕਾਸ਼ ਦਿਵਸ ਨੂੰ ਲੈ ਕੇ, ਮੇਰੇ ਖਿਆਲ 'ਚ, ਮੈਨੂੰ ਹੁਣ ਇਹ ਯਾਦ ਨਹੀਂ ਰਿਹਾ, ਮੈਨੂੰ ਯਾਦ ਕਰਨ ਦਾ ਥੋੜਾ ਟਾਈਮ ਲੱਗੇਗਾ। ਤੋ ਉਸ ਵੇਲੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਉਲੀਕਿਆ ਸੀ, ਉਸ ਪ੍ਰੋਗਰਾਮ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਵੱਲੋਂ ਰੋਕ ਲਗਾ ਦਿੱਤੀ ਗਈ ਕਿ ਨਹੀਂ, ਤੁਸੀਂ ਇੱਕ ਕੰਮ ਨਾ ਕਰੋ। ਉਸ ਰੋਕ ਤੋਂ ਬਾਅਦ RSS ਦੇ ਲੀਡਰਾਂ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੇ ਬੈਠ ਕੇ ਉੱਥੇ ਵਿਚਾਰਾਂ ਕੀਤੀਆਂ ਨੇ। ਉਹਨਾਂ ਵਿਚਾਰਾਂ ਦੌਰਾਨ ਹੀ ਤੇ ਸਾਰੇ ਮਾਮਲਿਆਂ ਦੇ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ RSS ਨੇ ਇਹ ਤਸਲੀਮ ਕਰ ਲਿਆ ਕਿ ਜਿਹੜੇ ਸਿੱਖ ਕੌਮ ਹੈ ਇੱਕ ਵੱਖਰੀ ਕੌਮ ਹੈ। ਠੀਕ ਹੈ ਨਾ। ਇੱਕ ਔਰ ਜਿੰਨੇ ਵੀ ਉਹਨਾਂ ਨੇ ਆਖਿਆ ਕਿ ਸਾਡੇ ਠੀਕ ਹੈ, ਸਾਡੇ ਲਿਟਰੇਚਰ ਦੇ ਵਿੱਚ ਕੁਝ ਇਹੋ ਜਿਹੀ ਵਿਵਾਦਿਤ ਗੱਲਾਂ ਜੇ ਹੈਗੀਆਂ ਨੇ, ਅਸੀਂ ਉਹਨਾਂ ਨੂੰ ਕੱਢ ਦਾਂਗੇ। ਦੋ ਇਸੇ ਤਰ੍ਹਾਂ ਕੁਝ ਹੋਰ ਵੀ ਸ਼ਰਤਾਂ ਨੇ। ਇਹ ਚਲੋ ਮੁੱਕਦੀ ਗੱਲ ਇਹ ਹੈ ਕਿ ਉਸ 5 ਮੈਂਬਰੀ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿ ਇਹਨਾਂ ਦੇ ਨਾਲ ਵਿਚਾਰ ਕਰਨ ਦੇ ਬਾਅਦ ਇਸ ਸਿੱਟਾ ਅਸੀਂ ਇਹ ਕੱਢਿਆ ਹੈ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਜੀ। ਤੋ ਇਹ ਸਿਫਾਰਿਸ਼ ਇਸ ਕਰਕੇ ਕੀਤੀ ਗਈ ਨਾ ਕਿ RSS ਵੱਲੋਂ ਜਿਹੜੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੇ ਇਤਰਾਜ਼ਯੋਗ ਨੇ
ਉਹ ਇਤਰਾਜ਼ ਦੂਰ ਕਰਨ ਦੀ ਜਿਹੜੀ ਉਹ ਗੱਲ ਕੀਤੀ ਗਈ ਆ। ਫਿਰ ਮੈਨੂੰ ਨਹੀਂ ਇਹ ਸਮਝ ਆਈ ਕਿ ਹਾਲੀ ਤੱਕ ਉਹ ਗੱਲ ਆਪਾਂ ਕਿਉਂ ਉਸ ਗੱਲ ਨੂੰ ਲੈ ਕੇ ਉਹਦਾ ਕਾਰਨ ਪ੍ਰੋਫੈਸਰ ਸਾਹਿਬ ਇਹ ਹੈ ਕਿ ਠੀਕ ਹੈ, ਸਮੇਂ ਦੇ ਉੱਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਉਕਾਈ ਹੋਈ ਹੈ, ਖਾਸ ਕਰ ਸਿੱਖਾਂ ਵੱਲੋਂ ਜਾਂ ਪੰਜਾਬ ਪੱਖੀ ਜਾਂ ਧਰਮ ਪੱਖੀ ਜਿਹੜਾ ਸਿੱਖ ਧਰਮ ਪੱਖੀ ਜਿਹੜਾ ਮੀਡੀਆ ਹੈ। ਮੈਂ ਵੀ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ ਨੇ ਕਿ ਜਿਹੜਾ ਟੈਕਸਟ ਬੁੱਕਾਂ ਦੇ ਵਿੱਚ CBSE ਦੀ ਟੈਕਸਟ ਬੁੱਕਸ ਦੇ ਵਿੱਚ ਦਿੱਲੀ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਜਾਣ ਵਾਲੀਆਂ ਟੈਕਸਟ ਬੁੱਕਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਾਂ ਹੋਰ ਗੁਰੂ ਸਾਹਿਬਾਨ ਬਾਰੇ ਜਿਹੜਾ ਬੜੀਆਂ ਇਤਰਾਜ਼ਯੋਗ ਭੁਲੇਖਾ ਪਾਊ ਕਿਸੇ ਹੋਰ ਹੀ ਸੰਦਰਭ ਵਿੱਚ ਜਾ ਕੇ ਜਿਹੜਾ ਵਿਖਿਆਨ ਕਰਨਾ ਸ਼ਹਾਦਤ ਦਾ ਜਾਂ ਉਹਨਾਂ ਦੇ ਜੋ ਧਾਰਮਿਕ ਜੋ ਉਹਨਾਂ ਦਾ ਮਨਸ਼ੇ ਨੇ, ਜਿਸ ਮਨਸ਼ੇ ਨੂੰ ਲੈ ਕੇ ਸਿੱਖ ਪੰਥ ਹੋਂਦ ਵੀ ਚਾਹੁੰਦਾ ਹੈ, ਗੁਰਮਤ ਦੀ ਫਿਲਾਸਫੀ ਜਿਹੜੀ ਸਾਰੀ ਹੈ ਉਸ ਨੂੰ ਉਹਨਾਂ ਵੱਲੋਂ RSS ਦੇ ਉੱਤੇ ਇਲਜ਼ਾਮ ਇਹ ਹੈ ਲਗਾਤਾਰ ਲੱਗਦਾ ਹੈ, ਜਿਹਦੇ ਤੁਸੀਂ ਵੀ ਕਿਹਾ ਕਿ ਸੁਣੀਆਂ ਸੁਣਾਈਆਂ ਨਹੀਂ, ਕਿੰਨੇ ਹੀ ਵੇਰਵੇ ਮਿਲ ਜਾਂਦੇ ਨੇ ਕਿ ਕਿੰਨੇ ਹੀ ਵੇਰਵੇ ਐਸੇ ਮਿਲ ਜਾਂਦੇ ਨੇ ਜਿਹਨਾਂ 'ਚ ਟੈਕਸਟ ਬੁੱਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਸਮੇਂ ਆਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਮੈਂ ਪਹਿਲਾਂ ਵੀ ਕਿਹਾ, ਗੁਰੂ ਗੋਬਿੰਦ ਸਿੰਘ ਬਾਰੇ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ, ਖਾਸ ਕਰ ਉਹਨਾਂ ਦਾ ਉਸ ਵਕਤ ਦੇ ਆਪਣੇ ਸਮਕਾਲੀ ਮੁਗਲ ਸਾਮਰਾਜ ਨਾਲ ਜੋ ਟਾਕਰਾ ਸੀ ਉਸ ਨੂੰ ਇੱਕ ਤਰ੍ਹਾਂ ਨਾਲ ਐਂਟੀ ਸਟੇਟ ਜਿਹੜਾ ਹੈਗਾ ਉਹ ਸੰਗਿਆ ਦਿੱਤੀ ਜਾਂਦੀ ਹੈ ਕਈ ਥਾਵਾਂ ਦੇ ਉੱਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਲਰੇਡੀ ਜਿਹੜੀ ਹੈਗੀਆਂ ਪਬਲਿਕ ਡੋਮੇਨ 'ਚ ਵੀ ਨੇ, ਇਹ ਆਲਰੇਡੀ ਵਿਵਾਦ ਦਾ ਵਿਸ਼ਾ ਨੇ, ਪਰ ਇਹ ਹੱਲ ਨਹੀਂ ਹੁੰਦੀਆਂ, ਕਹਿ ਦਿੱਤਾ ਜਾਂਦਾ ਹੈ। ਇਹ ਇੱਕ ਗੱਲ ਦੀ ਜੀ ਮੈਨੂੰ ਦੱਸੋ, ਇਹਨਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਆ? ਇਹ ਮਸਲਾ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ 2004 ਦੌਰਾਨ, ਠੀਕ ਹੈ ਨਾ ਜੀ। 2004 ਦੌਰਾਨ ਇਹ ਮਸਲਾ ਕਿਉਂ ਨਹੀਂ ਹੱਲ ਕੀਤਾ ਗਿਆ? ਇਹ ਤਾਂ ਮਤਲਬ ਕੋਈ ਨਾ ਕੋਈ ਦਾਲ 'ਚ ਕਾਲਾ ਹੈ। ਅਗਲੇ ਬੰਨੇ RSS ਵਾਲੇ ਮਸਲੇ ਨੂੰ ਹੱਲ ਕਰਨ ਲਈ ਤਤਪਰ ਨੇ ਕਿ ਸਾਡਾ ਮਸਲਾ ਜਿਹੜਾ ਜੇ ਕੋਈ ਹੈ ਤੇ ਹੱਲ ਕੀਤਾ ਜਾਵੇ। ਪਰ ਸਾਡੀ ਸਿੱਖ ਲੀਡਰਸ਼ਿਪ ਮੈਨੂੰ ਲੱਗਦਾ ਕਿ ਜਿਹੜੀ ਰਾਜਨੀਤਿਕ ਮਫਾਦ ਨੂੰ ਲੈ ਕੇ ਨਾ ਇਹ ਕਿਸੇ ਤਰ੍ਹਾਂ ਵੀ ਇਸ ਮਸਲੇ ਨੂੰ ਵੀ ਹੱਲ ਕਰਨ ਦੇ ਮੂਡ 'ਚ ਨਹੀਂ ਸੀ। ਜਿਸ ਕਰਕੇ ਅਕਾਲ ਤਖਤ ਸਾਹਿਬ ਤੋਂ 2004 ਤੋਂ ਬਾਅਦ RSS ਪ੍ਰਤੀ ਕੋਈ ਵੀ ਜਿਹੜੀ ਹੈ ਨਾ ਮੀਟਿੰਗ ਜਿਹੜੀ ਹੈ ਕਾਲ ਹੋਈ ਨਹੀਂ ਗੀ। ਫਿਰ ਇਹਦੇ ਵਿੱਚ ਦੱਸੋ ਅਗਲੇ ਜਿਹੜੇ ਹੈਗੇ ਨੇ RSS ਜਾਂ ਹੋਰ ਜਥੇਬੰਦੀਆਂ ਨੇ ਜੇ ਪਾਠ ਪੁਸਤਕਾਂ ਜਾਂ ਵੈਸੇ ਹੀ ਉਹਨਾਂ ਦੇ ਜਿਹੜੀਆਂ ਪੁਸਤਕ ਜਿਹੜੇ ਉਹ ਛਪਾਉਂਦੇ ਨੇ ਲਿਟਰੇਚਰ ਦੇ ਵਿੱਚ ਜਿਹੜੀਆਂ ਤਰੁੱਤੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਤਿਆਰ ਨੇ, ਤੇ ਫਿਰ ਆਪਾਂ ਉਹਨਾਂ ਤਰੁੱਤੀਆਂ ਦੂਰ ਕਿਉਂ ਨਹੀਂ ਕਰਵਾ ਰਹੇ? ਮੈਂ ਉਹੀ ਕਹਿ ਰਿਹਾ ਜੀ ਪ੍ਰੋਫੈਸਰ ਸਾਹਿਬ, ਮਨਸ਼ਾ ਮੈਂ ਕਹਾਂਗਾ ਨਹੀਂ ਜੀ, ਮਨਸ਼ਾ ਉਹਨਾਂ ਦੀ ਗਲਤ ਨਹੀਂ, ਫਿਰ ਮਨਸ਼ਾ ਸਾਡੀ ਗਲਤ ਆ ਜਿਹੜਾ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਔਰ ਇਸ ਵਿਵਾਦ ਨੂੰ ਧੁਖਤਾ ਰੱਖਿਆ ਜਾ ਰਿਹਾ ਹੈ। ਇਸ ਵਿਵਾਦ ਨੂੰ ਧੁਖਤਾ ਰੱਖਣ ਦੇ ਵਿੱਚ ਕਿੰਨਾ ਲੋਕਾਂ ਦਾ ਫਾਇਦਾ, ਇਹਦੇ ਬਾਰੇ ਮੇਰੇ ਖਿਆਲ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਤੁਹਾਨੂੰ। ਨਹੀਂ ਪਰ ਬਿਲਕੁਲ ਤੁਹਾਡੀ ਗੱਲ ਬੜੀ ਸਵਾਗਤਯੋਗ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਵਿਵਾਦਾਂ ਨੂੰ ਦੂਰ ਕਰਕੇ ਰਲ ਕੇ ਮਿਲ ਕੇ ਬੈਠਣ ਦੀ ਲੋੜ ਹੈ, ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਮੇਰੇ ਖਿਆਲ ਤੁਸੀਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ? ਬਿਲਕੁਲ ਜੀ। ਪਰ ਮੈਂ ਇਹ ਕਹਿਣਾ ਚਾਹ ਰਿਹਾ ਕੀ ਹੁਣ ਤੁਹਾਡੀ ਜਾਂ ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਭਾਰਤੀ ਜਨਤਾ ਪਾਰਟੀ 'ਚ ਸਰਗਰਮ ਜਾਂ ਸਿੱਧੀ ਸ਼ਮੂਲੀਅਤ, ਕੀ ਆਪਾਂ ਮੰਨੀਏ ਕਿ ਹੁਣ ਨਾਗਪੁਰ ਤੇ ਚੌਂਕ ਮਹਿਤਾ ਜਿਹੜਾ ਹੈਗਾ ਇਕੱਠੇ ਮਿਲ ਕੇ ਸਿੱਖਾਂ ਦੇ ਮਸਲੇ ਹੱਲ ਕਰਨਗੇ? ਇਹ ਵਿਵਾਦ ਜਿਹੜੇ ਉਪਜੇ ਹੋਏ ਨੇ, ਮੈਂ ਇਹਨੂੰ ਇੱਕ ਪੋਜ਼ਿਟਿਵ ਜਿਹੜੀ ਹੈਗੀ ਹੈ ਵੇ ਨਾਲ ਪੁੱਛ ਰਿਹਾ ਸਵਾਲ, ਇਹਨੂੰ ਮੈਂ ਕੋਈ ਮਿਹਣਾ ਨਹੀਂ ਮਾਰ ਰਿਹਾ ਜਾਂ ਮੈਂ ਕੋਈ ਵਿਅੰਗ ਨਹੀਂ ਕਰ ਰਿਹਾ ਕਿ ਨਾਗਪੁਰ ਤੇ ਚੌਂਕ ਮਹਿਤਾ ਨੂੰ ਜੋੜਦੇ ਹੋਏ। ਨਹੀਂ ਨੀਰ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ, ਮੈਂ ਉਸ ਦਾ ਬਹੁਤ ਤੁਹਾਨੂੰ ਜਵਾਬ ਦੇਵਾਂਗਾ, ਢੁਕਵੀਂ ਜਵਾਬ। ਚੌਂਕ ਮਹਿਤਾ ਔਰ ਨਾਗਪੁਰ ਦੀ ਸਾਂਝ ਜੀ ਭਾਜੀ, ਇਹ ਸਾਂਝ ਅੱਜ ਦੀ ਨਹੀਂ, ਇਹ ਸਾਂਝ 1999 ਨੂੰ ਤੁਸੀਂ ਇਤਿਹਾਸ ਨੂੰ ਬੋਲ ਕੇ ਵੇਖੋ। 1999 ਜਦੋਂ 300 ਸਾਲਾ ਮਨਾਇਆ ਗਿਆ ਸੀ ਜੀ। 1999 ਵਿੱਚ ਨਾਗਪੁਰ ਤੋਂ ਉਸ ਵੇਲੇ RSS ਦੇ ਮੁਖੀ ਨੇ, ਕੀ ਨਾਂ ਜੀ ਉਹਨਾਂ ਦਾ? ਭਾਗਵਤ ਸਾਹਿਬ ਜੀ, ਮੋਹਨ ਭਾਗਵਤ ਕੇ ਮਹਿਤਾ ਚੌਂਕ ਆਉਂਦੇ ਨੇ। ਹਾਂ ਠੀਕ ਹੈ, ਤੁਸੀਂ ਉੱਥੇ ਸਰਚ ਕਰਕੇ ਦੇਖ ਲੈਣਾ ਜੀ, ਸਾਰਾ ਡਾਟਾ। ਨਹੀਂ ਮੈਨੂੰ ਪਤਾ ਹੈ ਜੀ, ਮੈਂ ਸਰਗਰਮ ਪੱਤਰਕਾਰੀ ਚ ਆ ਚੁੱਕਾ ਸੀ ਉਦੋਂ। ਠੀਕ ਹੈ ਜੀ। ਦੌਰਾਨ ਵੀ ਮੈਨੂੰ ਇਹ ਵੀ ਪਤਾ ਹੈ ਕਿ ਅਨੰਦਪੁਰ ਸਾਹਿਬ ਵਿਖੇ ਜਿਹੜਾ ਸਮਾਗਮ ਫਿਰ ਰੱਦ ਵੀ ਕਰਨਾ ਪੈ ਗਿਆ ਸੀ ਅਜਿਹੇ ਹੀ ਵਿਵਾਦਾਂ ਕਰਕੇ। ਨਹੀਂ, ਮਸਲਾ ਇਹ ਨਹੀਂ, ਜਿਹੜੀ ਜਿਸ ਮਸਲੇ ਦੀ ਮੈਂ ਗੱਲ ਕਰਨ ਜਾ ਰਿਹਾ, ਜਿਸ ਬਾਰੇ ਤੁਸੀਂ ਇਸ਼ਾਰਾ ਕੀਤਾ, ਮੈਂ ਉਸ ਦਾ ਜਵਾਬ ਦੇਣ ਜਾ ਜੀ। ਭਾਈ 1999 ਭਾਗਵਤ ਸਾਹਿਬ ਖੁਦ ਚੱਲ ਕੇ ਆਪਣੇ ਮਹਿਤਾ ਚੌਂਕ ਆਏ ਨੇ। ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਉਸ ਵੇਲੇ ਮੁਖੀ ਸਨ ਜੀ। ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਕਿਹਾ ਕਿ ਅਸੀਂ ਸਿੱਖਾਂ ਦੇ ਨਾਲ ਸਾਡੇ ਸਬੰਧ ਜਿਹੜੇ ਅਸੀਂ ਸਿਖਾਵੇਂ ਕਰਨਾ ਚਾਹੁੰਦੇ ਹਾਂ ਜੀ ਸਰਕਾਰ ਦੇ, ਤੇ ਸਾਡੀ ਇਹਦੇ ਵਿੱਚ ਜੋ ਮਦਦ ਹੋ ਸਕਦੀ ਸਾਡੀ ਮਦਦ ਕਰੋ। ਬਾਬਾ ਠਾਕੁਰ ਸਿੰਘ ਜੀ ਉਸ ਵੇਲੇ ਸੰਤ ਸਮਾਜ ਦੇ ਚੇਅਰਮੈਨ ਸਨ ਜੀ। ਠੀਕ ਹੈ, ਉਹਨਾਂ ਨੇ ਬਾਬਾ ਜੀ ਨੇ ਇੱਕੋ ਸ਼ਰਤ ਰੱਖੀ ਕਿ ਠੀਕ ਹੈ ਤੁਹਾਡੇ ਨਾਲ ਅਸੀਂ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ, ਪਰ ਸਭ ਤੋਂ ਪਹਿਲਾਂ ਸਾਡੇ ਕੁਝ ਕੁ ਸਿੱਖ ਮਸਲੇ ਨੇ ਜਿਹੜੇ ਤੁਰੰਤ ਹੱਲ ਹੋਣੇ ਚਾਹੀਦੇ ਆ ਜੀ, ਜਿਨ੍ਹਾਂ ਦੇ ਵਿੱਚ ਕਾਲੀ ਸੂਚੀ ਖਤਮ ਕਰਨੀ, ਸਿੱਖ ਨੌਜਵਾਨਾਂ ਦੇ ਰਿਹਾਈ ਦਾ ਮਸਲਾ ਜੀ। ਠੀਕ ਹੈ,
ਭਾਗਵਤ ਸਾਹਿਬ ਨੇ ਉਸ ਵੇਲੇ ਡਨ ਕਰਤਾ, ਬਿਲਕੁਲ ਇਹ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਅਸੀਂ ਕਰ ਦੇਵਾਂਗੇ ਜੀ। ਔਰ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹਨੂੰ ਕਰਨ ਦੀ ਪੂਰੀ ਕੋਸ਼ਿਸ਼ ਹੀ ਕੀਤੀ। ਫਿਰ ਇੱਕ ਫਾਰਮੈਲਿਟੀ ਵਜੋਂ ਉਹਨਾਂ ਨੇ ਕਿਹਾ ਕਿ ਸੰਤ ਸਮਾਜ ਦਾ ਪ੍ਰਧਾਨ ਇੱਕ ਫਾਰਮੈਲਿਟੀ ਵਜੋਂ ਪੀਐਮ ਸਾਹਿਬ ਨਾਲ ਇੱਕ ਮੀਟਿੰਗ ਕਰ ਲੈਣ ਤਾਂ ਕਿ ਅਸੀਂ ਅਗਲੀ ਕਾਰਵਾਈ ਕੀਤੀ ਜਾਵੇ ਜੀ। ਠੀਕ ਹੈ। ਸੰਤ ਸਮਾਜ ਦੇ ਪ੍ਰਧਾਨ ਸਨ ਉਸ ਵੇਲੇ ਸਰਬਜੋਤ ਸਿੰਘ ਬੇਦੀ ਜੀ ਜੀ। ਸਾਡੇ ਚ ਇੱਕ ਅਕਾਲੀ ਲੀਡਰਸ਼ਿਪ ਦੇ ਵਿੱਚੋਂ ਇੱਕ ਉਸ ਵੇਲੇ ਦੀ ਜਿਹੜੀ ਆ ਲੀਡਰਾਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਗੁੰਮਰਾਹ ਕਰਦਾ ਕਿ ਤੁਸੀਂ ਹੁਣ ਆਰਐਸਐਸ ਨਾਲ ਬੈਠੋਗੇ, ਤੁਸੀਂ ਬੀਜੇਪੀ ਨਾਲ ਬੈਠੋਗੇ, ਤੁਸੀਂ ਸਰਕਾਰ ਨਾਲ ਬੈਠੋਗੇ। ਲੋ ਜੀ, ਉਹ ਬੈਠਣ ਤੋਂ ਉਹਨਾਂ ਨੇ ਇਨਕਾਰ ਕਰ। ਜਿਹੜੀ ਸ਼ਖਸੀਅਤ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹ ਸ਼੍ਰੋਮਣੀ ਕਮੇਟੀ 'ਚ ਸਰਗਰਮ ਸੀ ਸ਼ਖਸੀਅਤ? ਨਹੀਂ, ਸ਼੍ਰੋਮਣੀ ਅਕਾਲੀ ਦਲ ਤੇ ਉਸ ਵੇਲੇ ਸਰਗਰਮ ਸਨ ਜੀ। ਠੀਕ ਹੈ। ਉਹ ਮੁੜ ਕੇ ਸਾਰਾ ਹੀ ਪ੍ਰੋਗਰਾਮ ਜਿਹੜਾ ਉਹ ਸਾਰਾ ਤਾਰਕਿਤ ਹੋ ਗਿਆ, ਜਿਹਦੇ ਕਰਕੇ ਉਸ ਵੇਲੇ ਤੇ ਕਰੀਬ 250 ਦੇ ਕਰੀਬ ਜਿਹੜੇ ਸਾਡੇ ਨੌਜਵਾਨ ਛਡਾਏ ਜਾਣੇ ਸੀ, ਨਹੀਂ ਛਡਾਏ ਗਏ ਜੀ। ਤੋ ਮੇਰੇ ਕਹਿਣ ਦਾ ਇਹ ਦੱਸਣ ਦਾ ਭਾਵ ਇਹ ਹੈ ਕਿ ਨਾਗਪੁਰ ਨਾਲ ਮਹਿਤਾ ਚੌਂਕ ਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਸੰਬੰਧ ਰਹੇ ਆ ਔਰ ਇਹ ਸੰਬੰਧ ਕਿਸ ਵਾਸਤੇ? ਕੌਮ ਤੇ ਹਿੱਤਾਂ ਨੂੰ ਲੈ ਕੇ ਸੰਬੰਧ ਨੇ। ਅਸੀਂ ਇਹ ਨਹੀਂ ਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਲਿਆ। ਇਸ ਤਰ੍ਹਾਂ ਦੀ ਕੋਈ ਸਾਡੀ ਨਾ ਪਹਿਲਾਂ ਮਨਸ਼ਾ ਸੀ, ਨਾ ਅੱਜ ਵੀ ਆ ਤੇ ਨਾ ਆਉਣ ਵਾਲੇ ਸਮੇਂ 'ਚ ਰਹੇ ਕਿ ਕਿਉਂਕਿ ਦਮਦਮੀ ਟਕਸਾਲ ਤੁਹਾਨੂੰ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਰੋਸਾਈ ਜਥੇਬੰਦੀ ਆ, ਇਹਨੂੰ ਨਾ ਕੋਈ ਗੁੰਮਰਾਹ ਕਰ ਸਕਦਾ ਹੈ ਕਿ ਨਾ ਇਹਨੂੰ ਹੋਰ ਕਿਸੇ ਤਰ੍ਹਾਂ ਨੁਕਸਾਨ ਕੋਈ ਪਹੁੰਚਾ ਸਕਦਾ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਖੁਦ ਮੰਨਿਆ ਕਿ ਮੋਹਨ ਭਾਗਵਤ ਜਿਹੜੇ ਆਰਐਸਐਸ ਦੇ ਮੁਖੀ 1999 ਵੇਲੇ 300 ਸਾਲਾ ਸਾਜਨਾ ਦਿਵਸ ਤੇ ਖਾਲਸਾ ਪੰਥ ਦੇ ਜਦੋਂ ਉਹਨਾਂ ਨੇ ਲਗਭਗ ਇਹ ਗੱਲ ਮੰਨ ਲਈ ਸੀ, ਸਵੀਕਾਰ ਕਰ ਲਈ ਸੀ ਕਿ ਉਹ ਸਿੱਖਾਂ ਦੇ ਜਿਹੜੇ ਉਸ ਵਕਤ ਦੇ ਪ੍ਰਚੰਡ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣਗੇ। ਇਸ ਤੋਂ ਸਪਸ਼ਟ ਹੈ ਕਿ ਆਰਐਸਐਸ ਹੀ ਬੈਕਡ੍ਰੌਪ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੇ। ਸੋ ਇਹ ਤਾਂ ਤੁਸੀਂ ਵੀ ਸਮਝ ਰਹੇ ਹੋ, ਅਸੀਂ ਵੀ ਸਮਝ ਰਹੇ ਹਾਂ, ਇਸ ਤੇ ਤਸਦੀਕ ਵੀ ਹੋ ਗਈ ਹੈ ਇਹ ਗੱਲ ਨਾਲ ਕਿ ਜੇਕਰ ਮੋਹਨ ਭਾਗਵਤ ਇੰਨੀ ਤਾਕਤ ਰੱਖਦੇ ਨੇ ਕਿ ਉਹ ਉਸ ਵਕਤ ਦੀ ਵਾਜਪਾਈ ਸਰਕਾਰ ਜਿਹੜੀ ਹੈ ਅਟਲ ਬਿਹਾਰੀ ਵਾਜਪਾਈ ਮਰਹੂਮ ਉਹਨਾਂ ਦੀ ਸਰਕਾਰ ਸੀਗੀ ਉਸ ਵਕਤ, ਤਾਂ ਉਹ ਤੋਂ ਇਹ ਸਾਰੇ ਮਸਲੇ ਹੱਲ ਕਰਵਾ ਸਕਦੇ ਸੀ। ਸੋ ਇਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਸ ਨੇ ਕਿਸਾਨ ਅੰਦੋਲਨ ਦੇ ਵਿੱਚ 750 ਕਿਸਾਨਾਂ ਦੀ ਜਿਹੜੀ ਮੌਤ ਹੋ ਗਈ, ਜਿਹਨੂੰ ਆਪਾਂ ਸ਼ਹੀਦ ਦੀ ਸੰਗਿਆ ਦਿੰਦੇ ਆ ਸਤਿਕਾਰ ਵਜੋਂ, ਉੱਥੇ ਹੰਝੂ ਨਹੀਂ ਘੇਰਿਆ ਇੱਕ ਵੀ ਹੁਣ ਤੱਕ। ਇਸੇ ਆਰਐਸਐਸ ਦੀ ਜਿਹੜੇ ਬਲਬੂਤੇ ਦੇ ਉੱਤੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਜਿਹੜੇ ਮੁਖੀ ਨੇ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੀ ਪਾਰਟੀ ਦੇ ਵਿੱਚ ਹੁਣ ਤੁਸੀਂ ਸ਼ਾਮਲ ਹੋਏ ਹੋ, ਉਹਨਾਂ ਨੇ ਹੁਣ ਤੱਕ ਇਹ ਜਿਹੜਾ ਐਟੀਟਿਊਡ ਰੱਖਿਆ ਹੋਇਆ ਕਿ ਇੱਕ ਸ਼ਬਦ ਤੱਕ ਨਹੀਂ ਬੋਲਿਆ। ਤਾਂ ਕੀ ਲੱਗਦਾ ਹੈ ਕਿ ਤੁਸੀਂ ਕਿੱਦਾਂ ਜਸਟੀਫਾਈ ਕਰ ਪਾਓਗੇ ਆਪਣੀ ਹੋਂਦ ਨੂੰ ਜਾਂ ਆਪਣੀ ਐਗਜ਼ਿਸਟੈਂਸ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ, ਖਾਸ ਕਰ ਜਦੋਂ ਤੁਹਾਡੀ ਬੈਕਡ੍ਰੌਪ, ਤੁਹਾਡੇ ਪਿਛੋਕੜ 'ਚ ਤੁਸੀਂ ਖੁਦ ਕਿਹਾ ਕਿ ਦਸਮ ਪਾਤਸ਼ਾਹ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਸਿਰਜੀ ਗਈ ਜਿਹੜੀ ਦਮਦਮੀ ਟਕਸਾਲ ਹੈ, ਤੁਸੀਂ ਉਹਦੀ ਨੁਮਾਇੰਦਗੀ ਕਰਦੇ ਹੋ। ਨੀਰ ਜੀ, ਮੇਰੀ ਇੱਕ ਬੇਨਤੀ ਹੈ ਤੁਹਾਡੇ ਗਾੜੀ ਜੀ, ਪਲੀਜ਼। ਤੁਸੀਂ ਸਵਾਲ ਬਹੁਤ ਲੰਮਾ ਖਿੱਚ ਜਾਂਦੇ ਹੋ ਜੀ, ਔਰ ਇੱਕ ਸਵਾਲ ਹੀ ਨਹੀਂ ਹੁੰਦੇ, ਉਹਦੇ ਵਿੱਚ ਕਈ ਸਵਾਲ ਹੁੰਦੇ ਆ ਤੇ ਜਿਹੜਾ ਜਵਾਬ ਦੇਣ ਵਾਲਾ ਬੰਦਾ ਨਾ ਵੈਸੇ ਪਜਲ ਹੋ ਜਾਂਦਾ ਕਿ ਮੈਂ ਕਿਸ ਗੱਲ ਦਾ ਜਵਾਬ ਦੇਵਾਂ। ਤੁਸੀਂ ਆਪਣੇ ਸਵਾਲ ਬਹੁਤ ਛੋਟੇ ਰੱਖੋ ਤਾਂ ਕਿ ਜਵਾਬ ਦੇਣ ਵਾਲੇ ਨੂੰ ਦਿੱਕਤ ਨਾ ਆਵੇ। ਜੀ ਜੀ, ਠੀਕ ਹੈ। ਤੋ ਇਹ ਹੈ ਕਿ ਜਿਹੜੇ ਆਪ ਜੀ ਨੇ ਜਿਵੇਂ ਗੱਲ ਦੱਸੀ ਹੈ ਕਿ 750 ਜਿਹੜੇ ਆ ਉਹ ਕਿਸਾਨ ਸ਼ਹੀਦ ਹੋ ਗਏ ਜੀ। ਨਹੀਂ, ਮੈਂ ਇਨ ਸ਼ਾਰਟ ਸਵਾਲ ਹੀ ਸ਼ਾਰਟ ਕਰ ਦਿੰਦਾ। ਚਲੋ ਮੈਂ ਮਾਫੀ ਮੰਗਦੇ ਹੋਏ ਤੁਹਾਡੇ ਤੋਂ ਕਿ ਸਵਾਲ ਮੇਰਾ ਗੁੰਝਲਦਾਰ ਲੱਗਿਆ, ਹੋ ਸਕਦਾ ਹੋਵੇ ਗੁੰਝਲਦਾਰ, ਕਿਉਂਕਿ ਮਸਲਾ ਬੜਾ ਪੇਚੀਦਾ ਹੈ। ਮੈਂ ਸਵਾਲ ਸਿੱਧਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਜਿਸ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਜਿਹੜੀ ਹੈਗੀ ਆ ਪੰਜਾਬ ਦੀ ਜਾਂ ਉਹਨਾਂ ਵਿਅਕਤੀਆਂ ਦੀ ਜਿਨ੍ਹਾਂ ਦੀ ਜਾਨ ਚਲੀ ਗਈ ਆ ਉਹਦੇ ਬਾਰੇ ਹੰਝੂ ਤੱਕ ਨਹੀਂ ਘੇਰਿਆ ਹੈਗਾ, ਤੁਸੀਂ ਉਸ ਪਾਰਟੀ ਦੇ ਵਿੱਚ ਆਪਣੀ ਜਿਹੜੀ ਹੋਂਦ ਹੈ, ਐਗਜ਼ਿਸਟੈਂਸ ਹੈ, ਉਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਦੇ ਹੋ? ਇੰਨਾ ਕੁ ਸਵਾਲ ਮੈਂ ਲੈਣਾ, ਬੜੇ ਪੋਜ਼ਿਟਿਵ ਵੇ 'ਚ ਮੈਂ ਸਵਾਲ ਪੁੱਛ ਰਿਹਾ। ਮੈਂ ਕੋਈ ਤੁਹਾਡੀ ਹੇਠ ਹੀ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਨਾ ਹੀ ਮੈਂ ਇੱਕ ਲੋਕਤੰਤਰਿਕ ਦੇਸ਼ ਦਾ ਇੱਕ ਵਸਿੰਦਾ ਹੋਣ ਦੇ ਨਾਤੇ ਇਸੇ ਲੋਕਤੰਤਰਿਕ ਮੁਲਕ ਦਾ ਦੂਜੇ ਵਸਿੰਦੇ ਨੂੰ ਕੋਈ ਇਹ ਕਹਾਂਗਾ ਕਿ ਤੁਸੀਂ ਗਲਤ ਪਾਸੇ ਤੁਰ ਪਏ ਹੋ। ਹਾਂ, ਸੋ ਇਸ ਤਰ੍ਹਾਂ ਹੈ ਜੀ ਨੀਰ ਜੀ, ਜਿਨ੍ਹਾਂ ਕਿਸਾਨਾਂ ਦੀ ਸ਼ਹੀਦੀ ਬਾਰੇ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਹੰਝੂ ਤੱਕ ਨਹੀਂ ਘੇਰਿਆ। ਪ੍ਰਧਾਨ ਮੰਤਰੀ ਜੀ ਨੇ ਜੇ ਉਹਨਾਂ ਨੂੰ ਇਹ ਲੱਗਿਆ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਉਹਨਾਂ ਨੇ ਇਹ ਭਾਵੇਂ ਸਾਲ ਪਿੱਛੋਂ ਹੀ ਸਹੀ ਜੀ ਉਹ ਜਿਹੜੀ ਵਿਵਾਦਿਤ ਕਾਨੂੰਨ ਜਿਹੜੇ ਨੇ ਉਹ ਵਾਪਸ ਲੈ ਲਏ ਖੇਤੀ ਵਾਲੇ, ਔਰ ਖੇਤੀ ਵਾਲੇ ਨਾ ਕੇਵਲ ਵਾਪਸ ਲਏ ਨੇ, ਉਹਨਾਂ ਨੇ ਖੇਤ ਜਿਤਾਉਂਦੇ ਮਾਫੀ ਵੀ ਮੰਗੀ ਆ ਜੀ। ਕਿ ਮਾਫੀ ਮੰਗ ਲੈਣਾ ਜਾਂ ਦੂਜੇ ਸ਼ਬਦਾਂ 'ਚ ਆਪਾਂ ਕਹਿ ਦਈਏ ਹੰਝੂ ਨਾ ਘੇਰਨਾ, ਮੈਨੂੰ ਨਹੀਂ ਲੱਗਦਾ ਕਿ ਮਾਫੀ, ਔਰ ਜੇ ਤੁਸੀਂ ਧਿਆਨ ਨਾਲ ਸੁਣੋ ਨਾ ਉਸ ਸਟੇਟਮੈਂਟ ਨੂੰ ਤੇ ਤੁਹਾਨੂੰ ਆਪ ਨੂੰ ਯਕੀਨ ਹੋਏਗਾ
ਕਿ ਪ੍ਰਧਾਨ ਮੰਤਰੀ ਜੀ ਬੜੇ ਹੀ ਜਿਹੜੇ ਦੁਖੀ ਮਨ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਐਲਾਨ ਕਰ ਰਹੇ ਸੀ। ਉਹਨਾਂ ਦੇ ਵਿੱਚ ਇਹ ਜਿਹੜੀ ਹੈ ਨਾ ਅਫਸੋਸ ਦੀ ਭਾਵਨਾ ਜਿਹੜੀ ਹੈ ਤੁਹਾਨੂੰ ਨਜ਼ਰ ਆਵੇਗੀ। ਦੂਜੀ ਗੱਲ ਰਹੀ ਭਾਜੀ ਸ਼ਹੀਦੀਆਂ ਬਾਰੇ, ਕਿਸਾਨਾਂ ਦੀ ਸ਼ਹੀਦੀਆਂ ਬਾਰੇ, ਸਾਨੂੰ ਇਹ ਤਾਂ ਯਾਦ ਹੈ ਕਿ ਕਿਸਾਨ ਅੰਦੋਲਨ ਨੇ ਵੀ 750 ਜਾਂ ਜਿੰਨੇ ਵੀ ਸ਼ਹੀਦੀਆਂ ਪਾ ਗਏ ਨੇ ਜਾਂ ਕੁਰਬਾਨੀਆਂ ਕਰ ਦਿੱਤੀਆਂ, ਪਰ ਆਪਾਂ ਕਿਉਂ ਭੁੱਲ ਜਾਂਦੇ ਕਿ ਹਜ਼ਾਰਾਂ ਹੀ ਸਾਡੇ ਜਿਹੜੇ ਨੌਜਵਾਨ ਨੇ 1984 ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਉਹ ਸ਼ਹੀਦੀਆਂ ਪਾ ਗਏ ਨੇ ਜਾਂ ਉਹਨਾਂ ਨੂੰ ਕਈ ਝੂਠੇ ਮੁਕਾਬਲਿਆਂ ਮਾਰ ਦਿੱਤੇ ਗਏ ਨੇ। ਨਹੀਂ, ਪਰ ਕੋਈ ਵੀ ਦਮਦਮੀ ਟਕਸਾਲ ਦੇ ਪਿਛੋਕੜ ਵਾਲਾ ਵਿਅਕਤੀ ਕਾਂਗਰਸ 'ਚ ਨਹੀਂ ਨਾ ਸ਼ਾਮਲ ਹੋਇਆ, ਇਸ ਕਰਕੇ ਸਵਾਲ ਇਸ ਵਕਤ ਰੈਲੇਵੈਂਸ ਨਹੀਂ ਲੱਗਿਆ ਸੀ ਮੈਨੂੰ। ਮਸਲਾ ਤਾਂ ਇਹ ਹੈ ਨਾ ਭਾਜੀ, ਜੇ ਤੁਸੀਂ ਕਿਸਾਨ ਅੰਦੋਲਨ ਬਾਰੇ ਆਪਾਂ ਗੱਲ ਕਰਦੇ ਆ, ਸਾਨੂੰ ਪੰਜਾਬ ਦੇ ਜਿਹੜੇ ਪਿਛਲੇ ਅੰਦੋਲਨਾਂ ਬਾਰੇ ਵੀ ਜ਼ਰੂਰ ਜ਼ਿਕਰ ਕਰਨਾ ਪਵੇਗਾ। ਜੇ ਸਰਕਾਰ ਦੀ ਗੱਲ ਕਰਦੇ ਆ, ਮੋਦੀ ਸਰਕਾਰ ਦੀ ਵੀ ਗੱਲ ਹੁੰਦੀ ਆ, ਭਾਜਪਾ ਸਰਕਾਰ ਦੀ ਗੱਲ ਹੁੰਦੀ ਹੈ, ਸਾਨੂੰ ਕਾਂਗਰਸ ਸਰਕਾਰ ਨਾਲ ਵੀ ਉਹਦਾ ਜਿਹੜਾ ਕੰਪੇਅਰ ਜਿਹੜਾ ਆਪਾਂ ਨੂੰ ਕਰਨਾ ਪਏਗਾ। ਅਸੀਂ ਇਹ ਨਹੀਂ ਕਰ ਸਕਦੇ ਕਿ ਇੱਕ ਨੂੰ ਲੈ ਲਈਏ ਦੂਜੇ ਨੂੰ ਛੱਡ ਦਈਏ। ਜੇਕਰ ਜੇ ਗਲਤੀ ਕੀਤੀ ਮੋਦੀ ਜੀ ਨੇ ਤੇ ਮੋਦੀ ਜੀ ਨੇ ਉਸ ਦੀ ਮਾਫੀ ਵੀ ਮੰਗੀ ਆ। ਮੈਨੂੰ ਦੱਸੋ ਜੀ ਕਿਹੜੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਮਾਫੀ ਮੰਗੀ ਆ? ਹਜ਼ਾਰਾਂ ਲੋਕ ਸਾਡੇ ਉਸ ਵੇਲੇ ਤੇ ਕਤਲ ਕਰ ਦਿੱਤੇ ਨੇ, ਬੇਗੁਨਾਹ ਨਿਰਦੋਸ਼ਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਨੂੰ ਦੱਸੋ ਜੀ ਪਾਰਲੀਮੈਂਟ ਦੇ ਵਿੱਚ ਕਿੱਥੇ ਕਾਂਗਰਸ ਸਾਡੇ ਇੱਥੇ ਆਪਣੀ ਮਾਫੀ ਮੰਗੀ ਆ? ਅੱਜ ਤੱਕ ਸਾਡੇ ਮਸਲੇ ਇਹੋ ਜਿਹੇ ਨੇ। ਇਹ ਤਾਂ ਮੈਂ ਨਾ ਧੰਨਵਾਦ ਇੱਥੇ ਤਸੱਲੀਯੋਗ ਹੈ ਮੋਦੀ ਜੀ ਨੇ ਜੋ ਕੁਝ ਕੀਤਾ। ਘੱਟੋ ਘੱਟ ਉਹਨਾਂ ਅਫਸੋਸ ਤਾਂ ਜ਼ਾਹਿਰ ਕੀਤਾ ਨਾ ਜੀ। ਸਾਨੂੰ ਉਸ ਦੀ ਭਾਵਨਾ ਦੀ ਜ਼ਰੂਰ ਸਾਨੂੰ ਕਦਰ ਕਰਨੀ ਚਾਹੀਦੀ ਹੈ। ਬਸ ਕਿਸਾਨਾਂ ਦੀ ਸ਼ਹੀਦੀ ਜਿਹੜੀ ਆ ਬੜਾ ਹੀ ਅਫਸੋਸ ਨਾਲ ਗਿਆ। ਔਰ ਮੈਂ ਸਮਝਦਾ ਕਿ ਵੇਖੋ ਕਿਸਾਨੀ ਦਾ ਭਾਜੀ ਇਹ ਨਹੀਂ ਕਿ ਸਿਰਫ ਖੇਤੀ ਕਾਨੂੰਨ ਹੀ ਰੱਦ ਹੋ ਜਾਣਾ ਕਿਸਾਨੀ ਦਾ ਮਸਲੇ ਦਾ ਹੱਲ ਹੋ ਗਿਆ। ਭਾਜੀ ਮੈਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ, ਮੈਨੂੰ ਪਤਾ ਕਿਸਾਨੀ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਨੇ। 40 ਸਾਲਾਂ ਤੋਂ ਕਿਸਾਨ ਵਿਚਾਰੇ ਉਹ ਕਰਜ਼ਾਈ ਤੇ ਕਰਜ਼ੇ ਲੈ ਕੇ ਤੇ ਵਿਚਾਰੇ ਕਰਜ਼ਿਆਂ ਦੇ ਵਿੱਚ ਡੁੱਬੇ ਪਏ ਨੇ। ਸਾਨੂੰ ਅਜੇ ਤੱਕ ਉਹ ਮਸਲਿਆਂ ਦਾ ਹੱਲ ਨਹੀਂ ਲੱਭਿਆ ਜੀ। ਮੈਂ ਕਿਉਂਕਿ ਸਮੇਂ ਦੀ ਸੀਮਾ ਹੈ, ਕਦੇ ਤੁਹਾਡੇ ਨਾਲ ਆਮੋ ਸਾਹਮਣੇ ਬੈਠ ਕੇ ਵੀ ਜ਼ਰੂਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮੈਂ ਦੋ ਸਵਾਲ ਜਾਂਦੇ ਆਖਰੀ ਲੈਣਾ ਚਾਹੁੰਦਾ। ਇੱਕ ਤਾਂ ਤੁਸੀਂ ਕਿੱਥੋਂ ਇਲੈਕਸ਼ਨ ਲੜੋਗੇ, ਕਿਹੜੀ ਸੀਟ ਤੋਂ, ਇਹ ਉਸ ਦੇ ਬਾਰੇ ਕੀ ਖੁਲਾਸਾ ਹੈ ਤੁਹਾਡੇ ਕੋਲ? ਨੀਰ ਜੀ ਗੱਲ ਇਸ ਤਰ੍ਹਾਂ ਕਿ ਮੈਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਇਸ ਕਰਕੇ ਕਿ ਕੁਝ ਸਾਡੇ ਜਿਹੜੇ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਸਾਡੇ ਜਿਹੜੇ ਕੁਝ ਕੰਮ ਜਿਹੜੇ ਸਵਾਰੇ ਨੇ ਹਨਾ, ਜਿਹੜੇ ਪਿਛਲੇ ਕਈ ਹਕੂਮਤਾਂ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਸੀ। ਇਸ ਵਾਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਵੇਂ ਸਾਡੇ ਵੱਲ ਇੱਕ ਮਿੱਤਰਤਾਈ ਵਾਲਾ ਹੱਥ ਵਧਾਇਆ ਸਿੱਖ ਪੰਥ ਵੱਲ, ਅਸੀਂ ਉਹਦਾ ਸਵਾਗਤ ਕਰਕੇ ਉਹਨੂੰ ਮਜ਼ਬੂਤ ਕਰਨ ਵਾਸਤੇ ਗਏ ਆ, ਨਾ ਕਿ ਇਲੈਕਸ਼ਨਾਂ ਦੇ ਵਿੱਚ ਕੁੱਦਣ ਵਾਸਤੇ। ਰਹੀ ਗੱਲ ਇਲੈਕਸ਼ਨ ਦੀ, ਜੇ ਬੀਜੇਪੀ ਨੂੰ ਲੋੜ ਪਈ ਕਿ ਸੱਚਾ ਸਿੰਘ ਤੇਰੀ ਇੱਥੇ ਸੇਵਾ ਦੀ ਲੋੜ ਹੈ, ਅਸੀਂ ਉੱਥੇ ਸੇਵਾ ਆਪਣੀ ਦੇਣ ਵਾਸਤੇ ਬਿਲਕੁਲ ਤਿਆਰ ਹੈ। ਜਿੱਥੇ ਵੀ ਕਹਿਣਗੇ ਅਸੀਂ ਉੱਥੇ ਹੀ ਮੋਰਚਾ ਜਿਹੜਾ ਵਾ ਉਹ ਇਲੈਕਸ਼ਨ ਦਾ ਉਹ ਸ਼ੁਰੂ ਕਰ ਦਿੰਦੇ ਜੀ। ਫਿਰ ਵੀ ਕਿਹੜੀ ਸੀਟ ਤੁਸੀਂ ਮੰਨਦੇ ਹੋ, ਕਿਉਂਕਿ ਤੁਸੀਂ ਮਜੀਠਾ ਹਲਕੇ 'ਚ ਵੀ ਸਰਗਰਮ ਰਹੇ ਹੋ ਸਿਆਸੀ ਤੌਰ ਦੇ ਉੱਤੇ? ਮੇਰਾ ਹਲਕਾ ਮਜੀਠਾ ਨਹੀਂ ਹੈਗਾ, ਮੇਰਾ ਅਸਲ ਦੇ ਹਲਕਾ ਮੇਰਾ ਰਾਜਾ ਸੰਸੀ ਹੈ ਜੀ। ਸੋ ਉਮੀਦ ਕਰਦੇ ਹਾਂ ਕਿ ਰਾਜਾ ਸਾਂਸੀ ਤੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਾਂ ਕੈਪਟਨ ਅਮਰਿੰਦਰ ਸਿੰਘ ਤੇ ਸੰਯੁਕਤ ਅਕਾਲੀ ਦਲ ਨਾਲ ਜੋ ਗਠਜੋੜ ਹੈ ਉਹਦੇ ਉਮੀਦਵਾਰ ਹੋ ਸਕਦੇ ਹੋ। ਇਹ ਤਾਂ ਪਾਰਟੀ ਹੋ ਸਕਦੇ ਹੋ। ਮੈਂ ਕਿਹਾ ਹੋ ਸਕਦੇ ਹੋ ਜੀ। ਦੂਜਾ ਮੇਰਾ ਆਖਰੀ ਜਾਂਦੇ ਇੱਕ ਸਵਾਲ ਮੈਂ ਲੈਣਾ ਚਾਹਾਂਗਾ। ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਾਫੀ ਕੰਮ ਸਵਾਰੇ ਨੇ ਸਿੱਖ ਧਰਮ ਦੇ, ਤਾਂ ਜਿਸ ਤਰ੍ਹਾਂ ਦਮਦਮੀ ਟਕਸਾਲ ਬਾਰੇ ਤੁਸੀਂ ਖੁਦ ਕਿਹਾ, ਅਸੀਂ ਵੀ ਸਾਰੇ ਜਾਣਦੇ ਹਾਂ ਕਿ ਉਹ ਨਿਰੋਲ ਇੱਕ ਧਾਰਮਿਕ ਸੰਸਥਾ ਹੈ। ਦਸਮ ਪਾਤਸ਼ਾਹ ਵੱਲੋਂ ਜਿਹੜਾ ਹੈਗਾ ਉਹਦਾ ਜਿਹੜਾ ਸਥਾਪਨਾ ਕੀਤੀ ਗਈ ਸੀ ਤੇ ਬੜਾ ਵੱਡਾ ਇਤਿਹਾਸ ਹੈ, ਸ਼ਾਨਾ ਮੱਤਾ ਇਤਿਹਾਸ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਮ ਵੀ ਅਸੀਂ ਕਦੇ ਜਿਹੜਾ ਲੈਣੋਂ ਨਹੀਂ ਜਿਹੜਾ ਹੈਗਾ ਭੁੱਲ ਕਰ ਸਕਦੇ ਕਿ ਜਦੋਂ ਦਮਦਮੀ ਟਕਸਾਲ ਦੀ ਗੱਲ ਆਉਂਦੀ ਹੈ। ਕੁੱਲ ਮਿਲਾ ਕੇ ਮੇਰਾ ਕਹਿਣਾ ਇਹ ਹੈ, ਕਿਉਂਕਿ ਇਹ ਸਵਾਲ ਵੀ ਜਿਹੜਾ ਦੁਬਾਰਾ ਥੋੜ੍ਹਾ ਜਿਹਾ ਲੰਮਾ ਜਾਂ ਪੁੱਛਣ 'ਚ ਮੈਨੂੰ ਸ਼ਬਦ ਲੱਭਣ 'ਚ ਜਾਂ ਸੈਂਟੈਂਸ ਫਰੇਮਿੰਗ ਕਰਨ 'ਚ ਦਿੱਕਤ ਇਸ ਕਰਕੇ ਆ ਰਹੀ ਹੈ ਕਿ ਬੜਾ ਸੰਵੇਦਨਸ਼ੀਲ ਹੈ। ਕੀ ਹੁਣ ਤੁਹਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਗਰਮ ਸ਼ਮੂਲੀਅਤ ਦਾਖਲਾ ਹੋ ਜਾਣ ਤੋਂ ਬਾਅਦ ਇਹ ਕਿਵੇਂ ਯਕੀਨੀ ਬਣਾਓਗੇ ਕਿ ਸਟੇਟ ਦਾ, ਖਾਸ ਕਰ ਭਾਰਤ ਸਰਕਾਰ ਦਾ, ਭਾਰਤ ਦੀ ਉਹ ਸਰਕਾਰ ਜਿਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰਦੀ ਹੈ ਤੇ ਜਿਸ ਦੇ ਪਿਛੋਕੜ 'ਚ RSS ਹੈ, ਹੁਣ ਸਵਾਲ ਹੋਰ ਸਿੱਧਾ ਹੋਣ ਜਾ ਰਿਹਾ ਹੈ ਕਿ ਯਕੀਨੀ ਕਿਵੇਂ ਬਣਾਓਗੇ ਕਿ ਉਹਦਾ ਦਖਲ, ਉਹਦੀ ਐਂਟਰੀ ਗੁਪਤ ਜਾਂ ਸਿੱਧੇ ਤੌਰ ਤੇ ਦਮਦਮੀ ਟਕਸਾਲ ਦੇ ਵਿੱਚ ਨਹੀਂ ਹੋਏਗੀ? ਟਕਸਾਲ ਦੇ ਵਿੱਚ ਐਂਟਰੀ ਦਾ ਮਤਲਬ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਸਟੇਟ ਦੀ ਐਂਟਰੀ ਦਾ ਮਤਲਬ ਟਕਸਾਲ ਦੇ ਵਿੱਚ ਬੜਾ ਵਿਵਾਦਤ ਜਿਹੜਾ ਹੈਗਾ ਮਸਲਾ ਬਣ ਸਕਦਾ ਹੈ
ਕਿ ਕੋਈ ਕਹਿ ਦੇਗਾ ਕਿ ਇਹਦੀ ਏਜੰਸੀਆਂ ਦੇ ਬੰਦੇ ਵੀ ਅੰਦਰ ਫਿਰਦੇ ਨੇ ਜਾਂ ਪਹਿਲਾਂ ਵੀ ਫਿਰਦੇ ਰਹੇ ਨੇ, ਜਾਂ ਜੋ ਕੁਝ ਪੰਥ ਨੇ ਭੋਗਿਆ ਹੈ, ਪੰਜਾਬ ਨੇ ਭੋਗਿਆ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ। ਬੜੀਆਂ ਵੱਡੀਆਂ ਗੱਲਾਂ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਸੰਚਾਲਿਤ ਹੁੰਦੀਆਂ ਨੇ ਮਤਲਬ ਕਿ ਧਾਰਮਿਕ ਬਾਡੀਜ਼ ਜਿਹੜੀਆਂ ਨੇ, ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਉਹਨਾਂ ਦੀ ਹੱਥਾਂ ਦੀ ਕਠਪੁਤਲੀ ਬਣ ਜਾਣ ਇਸ ਤਰ੍ਹਾਂ ਦੀਆਂ ਧਾਰਮਿਕ ਬਾਡੀਜ਼। ਤੁਸੀਂ ਕਿਵੇਂ ਯਕੀਨੀ ਬਣਾਓਗੇ ਤੁਹਾਡੀ ਉਧਰ ਸਰਗਰਮ ਮੌਜੂਦਗੀ ਨੂੰ ਤੋਂ ਬਾਅਦ? ਇਹ ਪਹਿਲੀ ਗੱਲ ਤਾਂ ਇਹ ਆ, ਮੈਂ ਜਿਹੜੀ ਆਪ ਜੀ ਨੇ ਗੱਲ ਕਹੀ ਨਾ ਕਿਵੇਂ ਯਕੀਨੀ ਬਣਾਓਗੇ, ਤੁਸੀਂ ਯਕੀਨ ਜਾਣਦੇ ਹੋ ਮੈਂ ਕਿਸੇ ਤਰ੍ਹਾਂ ਦੀ ਯਕੀਨੀ ਨਹੀਂ ਬਣਾ ਸਕਦਾ। ਕਿਉਂਕਿ ਮੈਨੂੰ ਇਹ ਭਰੋਸਾ, ਮੈਨੂੰ ਇਹ ਪੱਕਾ ਵਿਸ਼ਵਾਸ ਆ, ਔਰ ਦਮਦਮੀ ਟਕਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸਾਈ ਹੋਈ ਜਥੇਬੰਦੀ ਆ, ਜਿਹਨੂੰ ਨਾ ਕੋਈ ਪਰਚਾ ਸਕਦਾ, ਨਾ ਕੋਈ ਗੁੰਮਰਾਹ ਕਰ ਸਕਦਾ ਹੈ। ਇਸ ਕਰਕੇ ਦਮਦਮੀ ਟਕਸਾਲ ਨੇ ਉਹੀ ਕੁਝ ਕਰਨਾ ਜੋ ਕੁਝ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਚੱਲਣਾ ਹੈ। ਇਸ ਕਰਕੇ ਇਹ ਬੇਫਿਕਰ ਹੋ ਜਾਓ ਕਿ ਟਕਸਾਲ ਕਿਸੇ ਤਰ੍ਹਾਂ ਦੀ ਕਠਪੁਤਲੀ ਬਣ ਜਾਊਗੀ ਜਾਂ ਕਿਸੇ ਵੱਲੋਂ ਸੰਚਾਲਿਤ ਹੋਵੇਗੀ। ਠੀਕ ਹੈ ਨਾ ਜੀ। ਤੁਸੀਂ ਯਕੀਨ ਜਾਣਿਓ ਦਮਦਮੀ ਟਕਸਾਲ ਦਾ ਮੁਖੀ ਜੇ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੇ ਜਿਹੋ ਜਿਹੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਯਕੀਨ ਜਾਣਿਓ ਅੱਜ ਵੀ ਦਮਦਮੀ ਟਕਸਾਲ ਦੇ ਜਿਹੜੇ ਹੈ ਨਾ ਮੁਖੀ ਉਸੇ ਹੀ ਤਾਸੀਰ, ਉਸੇ ਹੀ ਗੁਣਾਂ ਵਾਲੇ ਨੇ। ਉਹਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਫਰਕ ਨਹੀਂ ਹੈ। ਅੱਜ ਦੇ ਦਮਦਮੀ ਟਕਸਾਲ ਦੇ ਮੁਖੀ ਵੀ ਉਸੇ ਜੁਗਤ ਦੇ ਹੀ ਉਹ ਵਾਲੀ ਵਾਰਸ ਨੇ ਜਿਹੜੇ ਜੁਗਤ ਬਾਬਾ ਦੀਪ ਸਿੰਘ ਜੀ ਜਾਂ ਸੰਤ ਜਰਨੈਲ ਸਿੰਘ ਜੀ ਜਿਨ੍ਹਾਂ ਕੋਲ ਇਹ ਟਕਸਾਲ ਦੀ ਜਿਹੜੀ ਜ਼ਿੰਮੇਵਾਰੀ ਰਹੀ ਹੈ। ਇਸ ਕਰਕੇ ਬੇਫਿਕਰ ਹੋ ਜਾਓ ਕਿ ਟਕਸਾਲ ਨੂੰ ਕੋਈ ਗੁੰਮਰਾਹ ਕਰ ਜੂ ਜਾਂ ਟਕਸਾਲ ਨੂੰ ਕੁਝ ਆਂਚ ਕੋਈ ਪਹੁੰਚਾ ਜੂਗੀ। ਜੀ ਸਾਡੀਆਂ ਸ਼ੁਭ ਇੱਛਾਵਾਂ ਨੇ ਜੀ ਤੁਹਾਨੂੰ ਆਪਣੇ ਸਿਆਸੀ ਭਵਿੱਖ ਲਈ ਜਿਸ ਸਫ਼ਰ ਦੇ ਉੱਤੇ ਤੁਸੀਂ ਹੁਣ ਚੁਣਿਆ ਹੈ। ਬਹੁਤ ਸ਼ੁਕਰੀਆ ਜੀ ਸਕਾਈ ਨਿਊਜ਼ ਨਾਲ ਜੁੜਨ ਵਾਸਤੇ ਪ੍ਰੋਫੈਸਰ ਸਰਤਾਜ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ।